कोलिजन, कोलिजन ਇਹ ਬੱਚੇ ਟੌਪਿਕ ਕੁਝ ਇਹੋ ਜਿਹਾ ਕਿ ਜਿਹਦੇ ਵਿੱਚ ਨਾ ਜਿਹੜੇ ਫਾਰਮੂਲਾਜ਼ ਨੇ ਉਹ ਤੁਹਾਨੂੰ ਯਾਦ ਰੱਖਣੇ ਪੈਣੇ ਆ। ਤੁਸੀਂ ਕਹੋਗੇ ਸਰ ਇਹ ਕਿਹੜਾ ਕੋਈ ਨਵੀਂ ਗੱਲ ਹੈ, ਪਹਿਲਾਂ ਵੀ ਫਾਰਮੂਲੇ ਯਾਦ ਹੀ ਰੱਖਦੇ ਸੀ, ਬਟ ਇਹਦੇ ਵਿੱਚ ਥੋੜਾ ਜਿਹਾ ਹੋਰ ਵੀ ਧਿਆਨ ਨਾਲ ਯਾਦ ਕਰਨੇ ਪੈਣੇ ਕਿਉਂਕਿ ਫਾਰਮੂਲੇ ਥੋੜੇ ਜਿਹੇ ਵੱਡੇ ਵੱਡੇ ਫਾਰਮੂਲੇ ਨੇ, ਠੀਕ ਹੈ ਜੀ। ਉਹਨਾਂ ਦੇ ਡੈਰੀਵੇਸ਼ਨਸ ਜੇ ਅਸੀਂ ਕਰਨ ਬੈਠ ਕੇ ਪੇਪਰ ਦੇ ਵਿੱਚ ਤਾਂ ਸਾਨੂੰ ਡੈਰੀਵੇਸ਼ਨ ਤੇ ਹੀ 15-15 ਮਿੰਟ ਲੱਗ ਜਾਣਗੇ, ਠੀਕ ਹੈ, ਜਿਹਦੇ ਨਾਲ ਮਤਲਬ ਫਿਰ ਤੁਹਾਡੇ ਕੁਐਸਚਨਸ ਨਹੀਂ ਹੋ ਸਕਦੇ। ਸੋ ਐਜ਼ ਇਟ ਇਜ਼ ਤੁਹਾਨੂੰ ਜਿਹੜੇ ਫਾਰਮੂਲਾਜ਼ ਨੇ ਉਹ ਤੁਹਾਨੂੰ ਕੀ ਹੈ ਲਰਨ ਕਰਨੇ ਪੈਣੇ ਆ, ਠੀਕ ਹੈ। ਜਿਵੇਂ ਮੈਂ ਤੁਹਾਨੂੰ ਦੱਸਿਆ ਹੋਇਆ ਜਿੰਨੇ ਇੰਪੋਰਟੈਂਟ ਫਾਰਮੂਲਾਜ਼ ਨੇ ਉਹਨੂੰ ਤੁਸੀਂ ਆਪਣੀ ਕਾਪੀ ਤੇ ਲਿਖੋ, ਠੀਕ ਹੈ, ਤਾਂ ਕਿ ਜਦੋਂ ਤੁਸੀਂ ਪੇਪਰ ਦੇਣ ਜਾਓਗੇ ਤਾਂ ਉਦੋਂ ਤੁਸੀਂ ਉਹਨਾਂ ਫਾਰਮੂਲੇ ਨੂੰ ਅੱਛੇ ਤਰੀਕੇ ਨਾਲ ਰਿਵਾਈਜ਼ ਕਰ ਸਕੋ, ਠੀਕ ਹੈ ਜੀ। ਤੇ ਇਸ ਚੈਪਟਰ ਦੇ ਵਿੱਚ ਸਕੂਲ ਲੈਵਲ ਦੇ ਵਿੱਚ ਵੀ ਕੁਐਸਚਨਸ ਆਉਂਦੇ ਨੇ ਕੋਲਿਜਨ ਦੇ, 5 ਨੰਬਰ ਦਾ ਕੁਐਸਚਨ ਆਉਂਦਾ ਸਕੂਲ ਲੈਵਲ ਦੇ, ਠੀਕ ਹੈ। ਉਹਦੇ ਵਿੱਚ ਆਉਂਦੀ ਹੈ ਡੈਰੀਵੇਸ਼ਨ, ਤੇ ਉਹ ਫਿਰ ਮੈਂ ਡੈਰੀਵੇਸ਼ਨ ਹਜੇ ਨਹੀਂ ਕਰਵਾਉਂਗਾ, ਚਲੋ ਮੈਂ ਮਾਹੌਲ ਜਿਹਾ ਥੋੜਾ ਠੀਕ ਹੋ ਗਿਆ, ਫਿਰ ਮੈਂ ਜਦੋਂ ਆਪਾਂ ਆਫਲਾਈਨ ਕਲਾਸ ਲਾਵਾਂਗੇ, ਠੀਕ ਹੈ, ਡੈਰੀਵੇਸ਼ਨ ਮੈਂ ਤੁਹਾਨੂੰ ਉਦੋਂ ਕਰਵਾਉਂਗਾ। 5 ਨੰਬਰ ਦਾ ਕੁਐਸਚਨ ਆਊਗਾ, ਪੱਕਾ ਹੀ ਆਊਗਾ, ਹਰ ਸਾਲ ਹੀ ਆਉਂਦਾ ਕੋਲਿਜਨ ਦਾ ਸਕੂਲ ਲੈਵਲ ਤੇ। ਤੇ ਜਿਹੜਾ ਜੇਈ ਮੇਨਸ ਵਿੱਚ ਵੀ ਕੀ ਹੈ ਇਹਦੇ ਕੀ ਹੈ ਕੁਐਸਚਨ ਆਉਂਦੇ ਬਹੁਤ ਜ਼ਿਆਦਾ ਚਾਂਸ ਹੁੰਦੇ ਨੇ ਕੋਲਿਜਨ ਟੌਪਿਕ ਦੇ ਵਿੱਚ। ਜਿਹੜੇ ਫਾਰਮੂਲਾਜ਼ ਨੇ ਨਾ ਐਗਜ਼ਾਮੀਨਰ ਦੇਖਦਾ ਵੀ ਬੱਚੇ ਨੂੰ ਫਾਰਮੂਲਾ ਪਤਾ ਹੈ, ਅੱਛਾ ਜੇ ਫਾਰਮੂਲਾ ਪਤਾ ਕੀ ਉਹਨੂੰ ਕਨਸੈਪਟ ਲਗਾਉਣਾ ਆਉਂਦਾ ਜਾਂ ਨਹੀਂ ਆਉਂਦਾ, ਠੀਕ ਹੈ, ਉਹਦੇ ਤੇ ਫਿਰ ਇਹ ਮਤਲਬ ਇਹਦੇ ਵਿੱਚ ਕਾਫੀ ਸਾਰੇ ਕੁਐਸਚਨਸ ਨੇ ਜਿਹੜੇ ਉਹ ਬਣਦੇ ਆ। ਤਾਂ ਸਭ ਤੋਂ ਪਹਿਲਾਂ ਕੋਲਿਜਨ ਸਮਝਦੇ ਹਾਂ ਵੀ ਕੋਲਿਜਨ ਹੁੰਦੀ ਹੈ। ਕੋਲਿਜਨ ਬੱਚੇ ਕੀ ਇੱਕ ਇਵੈਂਟ ਹੈ, it is a event in which two or more bodies collide with each other, collide with each other। ਜਿਵੇਂ ਸਪੋਜ਼ ਕਰੋ ਵੀ ਤੁਹਾਡੇ ਕੋਲੇ ਦੋ ਬਾਲਸ ਨੇ, ਠੀਕ ਹੈ, ਉਹ ਬਾਲ ਤੁਸੀਂ ਆਪਸ ਦੇ ਵਿੱਚ ਕੀ ਹੈ ਸਟ੍ਰਾਈਕ ਕਰਾਤਾ, ਤਾਂ ਉਹ ਜਦੋਂ ਬਾਲਸ ਆਪਸ ਦੇ ਵਿੱਚ ਸਟ੍ਰਾਈਕ ਕਰਦੀਆਂ ਨੇ, ਕੋਲਾਈਡ ਕਰਦੀਆਂ ਨੇ, ਉਸ ਇਵੈਂਟ ਨੂੰ ਅਸੀਂ ਕੀ ਬੋਲਦੇ ਹਾਂ ਕੋਲਿਜਨ ਬੋਲਦੇ ਹਾਂ। ਹੁਣ ਉਹ ਦੋ ਬਾਲਸ ਵੀ ਹੋ ਸਕਦੀਆਂ ਨੇ, ਦੋ ਤੋਂ ਜ਼ਿਆਦਾ ਬਾਲਸ ਵੀ ਹੋ ਸਕਦੀਆਂ ਨੇ। ਜਿਵੇਂ ਤੁਸੀਂ ਉਹ ਦੇਖਿਆ ਹੋਊਗਾ ਨਾ ਇੱਕ ਉਹ ਟੇਬਲ ਤੇ ਬਾਲਸ ਹੀ ਹੁੰਦੀਆਂ ਨੇ, ਫਿਰ ਉਹ ਸਟਿੱਕ ਦੇ ਨਾਲ ਇੱਕ ਬਾਲ ਨੂੰ ਹਿੱਟ ਕਰਦੇ ਆ, ਹਨਾ, ਕੀ ਬੋਲਦੇ ਨੇ ਉਹਨੂੰ, ਧਿਆਨ ਚ ਨਹੀਂ ਆ ਰਿਹਾ ਹੈਗਾ। ਉਹਦੇ ਵਿੱਚ ਵੀ ਕੀ ਹੈ ਕੋਲਿਜਨਸ ਹੁੰਦੀਆਂ। ਦੇਖੋ ਜਦੋਂ ਆਪਾਂ ਇੱਕ ਬਾਲ ਨੂੰ ਹਿੱਟ ਕਰਦੇ ਉਹ ਬਾਲ ਅੱਗੇ ਜਾ ਕੇ ਇੱਕ ਬਾਲ ਨੂੰ ਹਿੱਟ ਕਰਦੀ ਹੈ, ਫਿਰ ਉਹ ਅੱਗੇ ਜਾ ਕੇ ਬਾਲ ਨੂੰ ਹਿੱਟ ਕਰਦੀ ਹੈ, ਠੀਕ ਹੈ। ਦੈਟ ਮੀਨਸ ਐਕਚੁਅਲ ਬੱਚੇ ਹੋ ਕੀ ਰਿਹਾ, ਦੇਖੋ ਅਸੀਂ ਤਾਂ ਸਿਰਫ ਇੱਕ ਬਾਲ ਨੂੰ ਹਿੱਟ ਕੀਤਾ ਸੀ, ਦੈਟ ਮੀਨਸ ਅਸੀਂ ਇੱਕ ਬਾਲ ਨੂੰ ਕੀ ਹੈ ਕਾਈਨੈਟਿਕ એનર્ਜੀ ਦਿੱਤੀ ਸੀ। ਜਦੋਂ ਅਸੀਂ ਉਹਨੂੰ ਕਾਈਨੈਟਿਕ એનર્ਜੀ ਦਿੱਤੀ ਉਹ ਦੂਸਰੀ ਬਾਲ ਨਾਲ ਜਾ ਕੇ ਟਕਰਾ ਤਾਂ ਉਹਨੇ ਦੂਸਰੇ ਨੂੰ ਕਾਈਨੈਟਿਕ એનર્ਜੀ ਟ੍ਰਾਂਸਫਰ ਕਰਤੀ, ਫਿਰ ਦੂਸਰੀ ਬਾਲ ਨੇ ਤੀਸਰੀ ਬਾਡੀ ਨੂੰ ਕੀ ਹੈ ਕਾਈਨੈਟਿਕ એનર્ਜੀ ਟ੍ਰਾਂਸਫਰ ਕਰਤੀ। ਤਾਂ ਇਸ ਤਰੀਕੇ ਦੇ ਨਾਲ ਕਾਈਨੈਟਿਕ એનર્ਜੀ ਐਸ ਵੈਲ ਐਸ ਮੋਮੈਂਟਮ, ਕਿਉਂਕਿ ਬਾਲ ਦਾ ਮਾਸ ਵੀ ਹੋਊਗਾ ਤੇ ਉਹਦੇ ਕੋਲ ਵੈਲੋਸਿਟੀ ਵੀ ਹੋਊਗੀ, ਠੀਕ ਹੈ। ਕਾਈਨੈਟਿਕ એનર્ਜੀ ਮੋਮੈਂਟਮ ਕੀ ਹੈ ਟ੍ਰਾਂਸਫਰ ਹੁੰਦਾ ਰਹਿੰਦਾ ਹੈ ਕੋਲਿਜਨਸ ਦੇ ਵਿੱਚ, ਠੀਕ ਹੈ। ਦੋ ਮੇਨ ਪੁਆਇੰਟਸ ਨੇ ਕੋਲਿਜਨਸ ਦੇ, ਕਾਈਨੈਟਿਕ એનર્ਜੀ ਐਂਡ ਮੋਮੈਂਟਮ, ਠੀਕ ਹੈ ਜੀ। ਤਾਂ ਕੋਲਿਜਨ ਨੂੰ ਅਸੀਂ ਅਲੱਗ-ਅਲੱਗ ਪਾਰਟਸ ਦੇ ਵਿੱਚ ਡਿਵਾਈਡ ਕਰਦੇ ਆ, ਕਈ ਤਰ੍ਹਾਂ ਦੀ ਕੋਲਿਜਨ ਹੁੰਦੀ ਹੈ। ਸਰ ਵੌਇਸ ਕਲੀਅਰ ਨਹੀਂ ਆ ਰਹੀ। ਵੌਇਸ ਕਲੀਅਰ ਨਹੀਂ ਆ ਰਹੀ, ਬਿਲकुल भी क्लियर नहीं आ रही। यस सर क्लियर नहीं है। ओके नो सर कट के आ रही है। ओके ओके बच्चे खड़ जाओ मैं करता था, वेट।
हेलो, हाँ जी बच्चे, हुण आ रही है आवाज? Yes, sir. ओके, ਉਹਨਾਂ ਪਤਾ ਇੰਟਰਨੈਟ ਦੀ ਪ੍ਰੋਬਲਮ ਸੀਗੀ, Sir. ਕਨੈਕਸ਼ਨ ਅਨਸਟੇਬਲ ਦਿਖਾ ਰਿਹਾ ਸੀ, ਇਸ ਕਰਕੇ ਬੰਦਾ ਹੋ ਗਿਆ। ਠੀਕ ਹੈ, ਚਲੋ ਤਾਂ ਮੈਂ ਦੁਬਾਰਾ ਦਾ ਬੋਲ ਦਿੰਦਾ ਜੀ, ਮੈਂ ਕੀ ਬੋਲਿਆ ਸੀਗਾ। ਮੈਂ ਗੱਲ ਕਰ ਰਿਹਾ ਸੀ ਕੋਲਿਜਨਸ ਦੀ। ਕੋਲਿਜਨ ਕੀ ਹੈ, ਆਪਾਂ ਪੜ੍ਹੇ ਵੀ ਇੱਕ ਇਵੈਂਟ ਹੈ ਜਿਹਦੇ ਵਿੱਚ ਦੋ ਜਾਂ ਦੋ ਤੋਂ ਜ਼ਿਆਦਾ ਆਬਜੈਕਟਸ ਜਦੋਂ ਆਪਸ ਦੇ ਵਿੱਚ ਟਕਰਾਉਂਦੇ ਆ, ਠੀਕ ਹੈ, ਤਾਂ ਉਹਦੇ ਵਿੱਚ ਕੀ ਹੈ, ਜਦੋਂ ਉਹ ਆਪਸ ਚ ਕੋਲਿਜਨ ਕਰਦੇ ਆ, ਜਿਵੇਂ ਮੰਨ ਲਓ ਆ ਇੱਕ ਬਾਲ ਹੈ, ਠੀਕ ਹੈ, ਇਹ ਬਾਲ ਕਿਸੇ v ਵੈਲੋਸਿਟੀ ਨਾਲ ਜਾਂ u ਵੈਲੋਸਿਟੀ ਨਾਲ ਮੰਨ ਲਓ ਜਾ ਰਹੀ ਹੈ, ਠੀਕ ਹੈ ਜੀ, ਤੇ ਇੱਕ ਆ ਬਾਲ ਹੈ, ਇਹ ਕਿਸੇ ਇਹ u1 ਵੈਲੋਸਿਟੀ ਨਾਲ ਜਾ ਰਹੀ ਹੈ, ਇਹ u2 ਵੈਲੋਸਿਟੀ ਨਾਲ ਜਾ ਰਹੀ ਹੈ। ਸਪੋਜ਼ ਇਹਦਾ ਮਾਸ ਬੱਚੇ m1 ਹੈ, ਇਹਦਾ ਮਾਸ m2 ਹੈ। ਮੰਨ ਲਓ u1 ਜਿਹੜੀ ਸਪੀਡ ਹੈ ਉਹ u2 ਦੇ ਨਾਲੋਂ ਜ਼ਿਆਦਾ ਹੈ, ਤਾਂ ਡੈਫੀਨਿਟਲੀ ਬੱਚੇ ਇਹ ਵਾਲੀ ਬਾਡੀ ਇਸ ਬਾਡੀ ਨੂੰ ਕੁਝ ਟਾਈਮ ਬਾਅਦ ਜਾ ਕੇ ਕੀ ਕਰੂਗੀ, ਹਿੱਟ ਕਰੂਗੀ इस तरीके हिट करूगी। मतलब जी ये फर्स्ट बॉडी है, इस सेकंड बॉडी ते की लगाओगी, एक फोर्स लगाओगी, ते सेकंड बॉडी फर्स्ट बॉडी ते की लगाओगी, फोर्स लगाओगी। इस तो बाद ये दोनों बॉडीज फिर तो की हो जाएंगियां, अलग अलग हो जाएंगियां, ठीक है। सपोज एदी वेलोसिटी बन गई v1, एदी वेलोसिटी बन गई v2, ਤਾਂ इस प्रोसैस ਨੂੰ ਅਸੀਂ ਕੀ ਬੋਲਦੇ ਹਾਂ ਬੱਚੇ, ਕੋਲਿਜਨ ਬੋਲਦੇ ਹਾਂ। इस प्रोसैस ਨੂੰ ਅਸੀਂ ਕੀ ਬੋਲਦੇ ਹਾਂ, ਕੋਲਿਜਨ। ਹੁਣ ਜਦੋਂ ਇੱਕ ਬਾਡੀ ਦੂਸਰੀ ਬਾਡੀ ਦੇ ਵਿੱਚ ਟਕਰਾਈ, ਮਤਲਬ ਜਿਵੇਂ ਇਸ ਕੇਸ ਦੀ ਆਪਾਂ ਗੱਲ ਕਰੀਏ, ਤਾਂ ਕੀ ਹੋਊਗਾ, ਇਹਦੇ ਵਿੱਚ ਕੀ ਹੋਊਗਾ, ਇਹਦੇ ਵਿੱਚ ਜਿਹੜੀ ਕਾਈਨੈਟਿਕ એનર્ਜੀ ਟ੍ਰਾਂਸਫਰ ਹੋਊਗੀ, ਇੱਕ ਬਾਡੀ ਦੀ ਕਾਈਨੈਟਿਕ એનર્ਜੀ ਦੂਸਰੀ ਬਾਡੀ ਦੇ ਵਿੱਚ ਟ੍ਰਾਂਸਫਰ ਹੋ ਸਕਦੀ ਹੈ, ਤੇ ਮੋਮੈਂਟਮ ਟ੍ਰਾਂਸਫਰ ਹੋਊਗਾ। ਹੁਣ ਜਿਵੇਂ ਮੰਨ ਲਓ ਸਪੋਜ਼ ਕਰੋ ਵੀ ਅਸੀਂ ਕਿਸੇ ਕਾਰ 'ਚ ਜਾ ਰਹੇ ਹਾਂ, ਠੀਕ ਹੈ, ਮੰਨ ਲਓ ਤੁਸੀਂ ਇਸ U2 ਕਾਰ 'ਚ ਬੈਠੇ ਹੋ, ਠੀਕ ਹੈ, ਤੁਹਾਡੇ ਪਿੱਛੇ ਕੋਈ U1 ਕਾਰ ਲੈ ਕੇ ਆ ਰਿਹਾ, ਬਟ U1 ਕਾਰ ਬੜੀ ਫਾਸਟ ਹੈ। ਜਦੋਂ ਹੀ ਦੇਖੋ ਤੁਹਾਡੇ ਵਿੱਚ ਜਾ ਕੇ ਹਿੱਟ ਕਰੂਗਾ ਤਾਂ ਕੀ ਹੋਊਗਾ, ਤੁਹਾਨੂੰ ਬਹੁਤ ਵੱਡਾ ਝਟਕਾ ਮਹਿਸੂਸ ਹੋਊਗਾ ਨਾ। ਤੁਸੀਂ ਸਲੋ ਜਾ ਰਹੇ ਸੀ, ਬਹੁਤ ਫਾਸਟ ਕਾਰ ਆ ਕੇ ਤੁਹਾਡੇ ਵਿੱਚ ਵੱਜੀ, ਇਹਦਾ ਮਤਲਬ ਤੁਹਾਡੀ ਕਾਰ ਦੀ ਜਿਹੜੀ ਵੈਲੋਸਿਟੀ ਹੈ ਉਸ ਤੋਂ ਬਾਅਦ ਕੀ ਹੋ ਜਾਣੀ ਹੈ, ਇਨਕਰੀਜ਼ ਹੋ ਜਾਣੀ ਹੈ। अगर बच्चे वेलोसिटी इंक्रीज होगी दैट मीन ਤੁਹਾਡੀ काइनेटिक एनर्जी इंक्रीज हो जानी है, ਤੇ ਤੁਹਾਡੇ ਕੋਲੇ ਜਿਹੜਾ मोमेंटम है, देखो मास इनटू वेलोसिटी ਹੁੰਦਾ है, मतलब वेलोसिटी चेंज होगी ਤਾਂ ਤੁਹਾਡਾ मोमेंटम भी ਕੀ ਹੋ ਜਾਣਾ है, चेंज हो जाना है। ਤਾਂ ਆਹ ਦੋ ਮੇਨ ਪੁਆਇੰਟਸ ਨੇ ਜੀ ਕੋਲਿਜਨਸ ਦੇ, काइनेटिक एनर्जी ਦਾ ਟ੍ਰਾਂਸਫਰ ਹੋਣਾ ਤੇ मोमेंटम ਦਾ ਟ੍ਰਾਂਸਫਰ ਹੋਣਾ, ਠੀਕ ਹੈ। ਅਸੀਂ ਕੋਲਿਜਨ ਨੂੰ डिफरेंट टाइप्स ਦੇ ਵਿੱਚ ਕੇ ਡਿਵਾਈਡ ਕਰਦੇ ਆ। ਕਈ ਕੋਲਿਜਨਸ ਇਹੋ ਜਿਹੀਆਂ ਨੇ ਜਿਨ੍ਹਾਂ ਵਿੱਚ ਜਿਹੜੀ ਕਾਈਨੈਟਿਕ એનર્ਜੀ ਹੈ ਉਹਦਾ ਕੋਈ ਲਾਸ ਨਹੀਂ ਹੁੰਦਾ, ਮਤਲਬ ਕੰਜ਼ਰਵ ਰਹਿੰਦੀ ਹੈ, ਠੀਕ ਹੈ, ਮਤਲਬ ਜਿੰਨੀ ਸੀ ਉਨੀ ਹੀ ਬਾਅਦ ਦੇ ਵਿੱਚ ਰਹਿੰਦੀ ਹੈ। ਤੇ ਕਈ ਕੋਲਿਜਨਸ ਇਹੋ ਜਿਹੀਆਂ ਨੇ ਬੱਚੇ ਜਿਨ੍ਹਾਂ ਵਿੱਚ ਕੀ ਹੈ, ਕਾਈਨੈਟਿਕ એનર્ਜੀ ਦਾ ਲਾਸ ਹੋ ਜਾਂਦਾ ਹੈ, ਠੀਕ ਹੈ ਜੀ। ਮੰਨ ਲਓ ਜਿਵੇਂ ਸਪੋਜ਼ ਕਰੋ ਕਿ ਜਿਵੇਂ ਆ ਇੱਕ ਬਾਡੀ ਜਿਹੜੀ u1 ਵੈਲੋਸਿਟੀ ਨਾਲ ਜਾ ਰਹੀ ਸੀਗੀ, ਠੀਕ ਹੈ, ਤੇ ਆ ਇੱਕ ਦੂਸਰੀ ਬਾਡੀ m2 ਜਿਹੜੀ u2 ਵੈਲੋਸਿਟੀ ਨਾਲ ਜਾ ਰਹੀ ਸੀਗੀ, ਠੀਕ ਹੈ ਜੀ, ਤੇ u1 ਇਜ਼ ਗ੍ਰੇਟਰ ਦੈਨ ਕੀ ਹੈ, u2। ਤਾਂ ਇਹਨਾਂ ਦੀ ਆਪਸ ਚ ਕੋਲਿਜਨ ਹੋਈ, ਮਤਲਬ ਇੱਕ ਬਾਲ ਦੂਸਰੀ ਬਾਲ ਦੇ ਨਾਲ ਜਾ ਕੇ ਟਕਰਾਈ, ਠੀਕ ਹੈ, m1 m2। ਸਪੋਜ਼ ਕਰੋ ਵੀ ਜਿਹੜੀ m1 ਬਾਲ ਹੈ ਉਹ ਐਟ ਰੈਸਟ ਹੋ ਗਈ, ਟਕਰਾਉਣ ਤੋਂ ਬਾਅਦ ਇਹ ਰੈਸਟ ਦੇ ਵਿੱਚ ਆ ਗਈ। m2 ਜਿਹੜੀ ਹੈ ਉਹ ਕਿਸੇ ਵੈਲੋਸਿਟੀ ਨਾਲ ਮੂਵ ਕਰਨਾ ਸ਼ੁਰੂ ਕਰ ਗਈ, दैट मींस ਇਹ ਬੱਚੇ ਰੈਸਟ ਆਉਣ ਦਾ ਮਤਲਬ ਕੀ ਹੈ, ਇਹਦੀ ਵੈਲੋਸਿਟੀ ਜ਼ੀਰੋ ਹੋ ਗਈ। दैट मींस ਕਿ ਇਹਦੇ ਕੋਲੇ ਜਿੰਨੀ ਵੀ ਕਾਈਨੈਟਿਕ એનર્ਜੀ ਸੀ ਉਹ ਸਾਰੀ ਦੀ ਸਾਰੀ એનર્ਜੀ ਇਹਨੇ ਦੂਸਰੀ ਬਾਡੀ ਨੂੰ ਦਿੱਤੀ। दैट मींस ਇਹਦੇ ਵਿੱਚ ਬੱਚੇ ਕੁਛ ਨਾ ਕੁਛ ਕੀ ਹੋਗੀ, ਕਾਈਨੈਟਿਕ એનર્ਜੀ ਦਾ ਲਾਸ ਹੋ, ਠੀਕ ਹੈ। ਤਾਂ ਆਪਾਂ ਇਹਨੂੰ ਥੋੜਾ ਡਿਟੇਲ ਦੇ ਵਿੱਚ ਹੁਣ ਸਮਝਦੇ ਹਾਂ। ਤੁਹਾਨੂੰ ਥੋੜੀ ਜਿਹੀ ਮੈਂ ਪਿਕਚਰ ਬਣਾ ਕੇ ਦੱਸਦੀ ਵੀ ਕੀ ਅਸੀਂ ਪੜ੍ਹਨ ਜਾ ਰਹੇ ਹਾਂ। ਤਾਂ ਬੱਚੇ ਜਿਹੜੀ ਕੋਲਿਜਨ ਹੈ, ਕੋਲਿਜਨ ਇਹਦੇ ਵਿੱਚ ਬੇਸਿਕਲੀ ਦੋ ਤਰ੍ਹਾਂ ਦੀ ਕੀ ਹੈ, ਮੇਨ ਟਾਈਪ ਹੁੰਦੀ ਹੈ ਕੋਲਿਜਨ ਦੀ। ਇੱਕ ਤਾਂ ਹੁੰਦੀ ਹੈ ਹੈਡ ਔਨ ਕੋਲਿਜਨ, ਹੈਡ ਔਨ ਕੋਲਿਜਨ। ਇੱਕ ਹੁੰਦੀ ਹੈ ਓਬਲੀਕ ਕੋਲਿਜਨ, ਓਬਲੀਕ ਕੋਲਿਜਨ।
ਹੈਡ ਔਨ ਕੋਲਿਜਨ ਦਾ ਮਤਲਬ ਬੱਚੇ ਕੀ ਹੈ ਕਿ ਅਗਰ ਤੁਹਾਡੇ ਕੋਲੇ ਇੱਕ ਬੋਡੀ ਹੈ, ਇੱਕ ਆ ਬੋਡੀ ਹੈ, ਠੀਕ ਹੈ, ਇੱਕ ਆ ਦੂਸਰੀ ਬੋਡੀ ਹੈ, ਹੈਡ ਟੂ ਹੈਡ ਸਮਝ ਨਾ, मतलब बिल्कुल ਸਿੱਧਾ ਟਕਰਾਅ ਹੋ ਜਾਏ ਤਾਂ, मतलब ਜਿਵੇਂ ਆ ਬੋਡੀ ਦੇਖੋ, ਇਹ ਬੋਡੀ ਦਾ ਸੈਂਟਰ ਹੈ, ਇੱਕ ਆ ਬੋਡੀ ਦਾ ਸੈਂਟਰ ਹੈ, मतलब ਜਿਹੜੀਆਂ ਬੋਡੀ ਸੈਂਟਰ ਟੂ ਸੈਂਟਰ ਆਪਸ ਦੇ ਵਿੱਚ ਟਕਰਾ ਜਾਣ, ਇਹੋ ਜਿਹੇ ਕੋਲਿਜਨ ਨੂੰ ਅਸੀਂ ਹੈਡ ਔਨ ਕੋਲਿਜਨ ਬੋਲਦੇ ਹਾਂ। ਦੇਖੋ ਇਹਦੀ ਵੈਲੋਸਿਟੀ ਸੀ u1, ਇਹਦੀ ਵੈਲੋਸਿਟੀ ਸੀ u2, ਤੇ ਮੈਂ ਤੁਹਾਨੂੰ ਕਹਿ ਰਿਹਾ ਵੀ u1 ਇਜ਼ ਗ੍ਰੇਟਰ ਦੈਨ u2, ਤਾਂ ਡੈਫੀਨਿਟਲੀ ਆ ਇਹਦੀ ਸਪੀਡ ਜ਼ਿਆਦਾ u1 ਦੀ, ਤਾਂ ਇਹਦੇ ਵਿੱਚ ਟਕਰਾਉਗੀ। ਦੇਖੋ ਇਹ ਹੈਡ ਔਨ ਕੋਲਿਜਨ ਹੈ, ਮਤਲਬ ਇਹ ਸੈਂਟਰ ਤੋਂ ਲੈ ਕੇ ਸੈਂਟਰ ਤੱਕ ਟਕਰਾਉ। ਹੁਣ ਜ਼ਰੂਰੀ ਨਹੀਂ ਵੀ ਦੂਸਰੀ ਬੋਡੀ ਇੱਧਰ ਹੀ ਜਾ ਰਹੀ ਹੈ, ਚਾਹੇ ਦੂਸਰੀ ਬੋਡੀ ਸਾਹਮਣੇ ਵੀ ਆ ਰਹੀ ਹੈ, ਤਾਂ ਇਹਨੂੰ ਤੁਸੀਂ ਐਂ ਬਣਾ ਸਕਦੇ ਹੋ, ਮੰਨ ਲਓ ਇੱਕ ਬੋਡੀ ਹੈ, ਆ ਇੱਕ ਬੋਡੀ, ਫਿਰ ਇੱਕ ਦੂਸਰੀ ਬੋਡੀ, ठीक है, मान लो ਇਹਦਾ ਸੈਂਟਰ, ਇਹ ਦੂਸਰੀ ਬੋਡੀ ਦਾ ਸੈਂਟਰ, ਆਈ ਦੀ ਸੈਂਟਰ ਲਾਈਨ ਹੋਗੀ। ਸਪੋਜ਼ ਇਹ ਵਾਲੀ ਬੋਡੀ ਇਸ ਸਾਈਡ ਜਾ ਰਹੀ ਹੈ u1 ਵੈਲੋਸਿਟੀ ਦੇ ਨਾਲ, ਦੂਸਰੀ ਬੋਡੀ ਇੱਧਰ ਆ ਰਹੀ ਹੈ u2 ਨਾਲ, ਬਟ ਦੇਖੋ ਫਿਰ ਵੀ ਸੈਂਟਰ ਟੂ ਸੈਂਟਰ ਟਕਰਾਉਣਗੀਆਂ, ਤਾਂ ਇਸ ਤਰੀਕੇ ਦੀ ਕੋਲਿਜਨ ਨੂੰ ਅਸੀਂ ਕੀ ਬੋਲਦੇ ਹਾਂ ਬੱਚੇ, ਹੈਡ ਔਨ ਕੋਲਿਜਨ, ਠੀਕ ਹੈ। ਓਬਲੀਕ ਕੋਲਿਜਨ ਦਾ ਮਤਲਬ ਕੀ ਹੁੰਦਾ ਹੈਗਾ, ਓਬਲੀਕ ਕੋਲਿਜਨ ਦੇ ਵਿੱਚ ਹੁੰਦਾ ਹੈਗਾ ਕਿ ਅਗਰ ਕੋਈ ਬੋਡੀ, ਮੰਨ ਲਓ ਆ ਇੱਕ ਬੋਡੀ ਹੈ, ठीक है जी, ਤੇ ਇੱਕ ਆ ਕੋਈ ਬੋਡੀ, मतलब ए वाली बॉडी की है, आ वाला सेंटर है, इस बॉडी का ए वाला सेंटर है, ए बॉडी इस वेलोसिटी किसी वेलोसिटी u1 ਦੇ ਨਾਲ ਇੱਧਰ ਜਾ ਰਹੀ ਹੈ, ए वाली बॉडी किसी u2 वेलोसिटी ਨਾਲ ਇੱਧਰ ਜਾ ਰਹੀ ਹੈ, ਤਾਂ ਦੇਖੋ ਇਹਨਾਂ ਦੇ ਜਦੋਂ ਇਹ ਆਪਸ ਦੇ ਵਿੱਚ ਕੀ ਮੀਟ ਕਰਨਗੀਆਂ, ਮਤਲਬ ਇੱਕ ਦੂਸਰੇ ਨੂੰ ਕ੍ਰਾਸ ਕਰਨ ਦੀ ਕੋਸ਼ਿਸ਼ ਕਰਨਗੀਆਂ, ਤਾਂ ਇਹਨਾਂ ਦੇ ਵਿੱਚ ਜਿਹੜੇ ਆਪਣੇ ਸਰਫੇਸਿਸ ਨੇ ਨਾ, ਇਹ ਆਪਸ ਦੇ ਵਿੱਚ ਮਤਲਬ ਇਸ ਤਰੀਕੇ ਦੇ ਨਾਲ ਕੀ ਹੈ ਕੋਲਾਈਡ ਕਰ ਜਾਣਗੇ, ਤਾਂ ਇਹੋ ਜਿਹੇ ਕੋਲਿਜਨਸ ਨੂੰ ਅਸੀਂ ਕੀ ਬੋਲਦੇ ਹਾਂ, ਓਬਲੀਕ ਕੋਲਿਜਨ। ਇਹਨੂੰ ਕੀ ਬੋਲਦੇ ਸੀ, ਓਬਲੀਕ ਕੋਲਿਜਨ। ਜਿਵੇਂ ਕੈਰਮ ਬੋਰਡ ਸਾਰਿਆਂ ਨੇ ਖੇਡਿਆ ਹੋਊਗਾ ਨਾ, ਕੈਰਮ ਬੋਰਡ ਦੇ ਵਿੱਚ ਕੀ ਹੁੰਦਾ ਹੈ, ਜਿੱਥੇ ਤੁਸੀਂ ਸਟ੍ਰਾਈਕਰ ਨੂੰ, ਜਿਹੜੀ ਸਾਹਮਣੇ ਵਾਲੀ ਕੀ ਹੈ ਆਪਣੇ ਕੋਲੇ ਡੀਟੀ ਹੁੰਦੀ ਹੈ ਹਨਾ, ਅਗਰ ਤੁਸੀਂ ਉਹਨੂੰ ਬਿਲਕੁਲ ਉਹਦੇ ਸੈਂਟਰ 'ਚ ਜਾ ਕੇ ਹਿੱਟ ਕਰੋ, ਤਾਂ ਦੇਖੋ ਜਿਹੜੀ ਉਹ ਵਾਲੀ ਡੀਟੀ ਹੈ ਬਿਲਕੁਲ ਕੀ ਸਟ੍ਰੇਟ ਜਾਂਦੀ ਹੈ, ਬਟ ਅਗਰ ਤੁਸੀਂ ਉਹਦੇ ਕਿਸੇ ਐਜ ਤੇ, ਉਸ ਡੀਟੀ ਦੇ ਕਿਸੇ ਤੁਸੀਂ ਐਜ ਤੇ ਸਟ੍ਰਾਈਕਰ ਨੂੰ ਕੀ ਹੈ ਹਿੱਟ ਕਰੋਗੇ, ਤਾਂ ਤੁਸੀਂ ਦੇਖੋ ਜਿਵੇਂ ਸਟ੍ਰਾਈਕਰ ਉਹਦਾ ਟਕਰਾਊਗਾ, ਠੀਕ ਹੈ, ਉਹ ਕੀ ਹੈ ਕਿਸੇ ਨਾ ਕਿਸੇ ਐਂਗਲ ਤੇ ਮੁੜ ਜਾਂਦੀ ਹੈ, ਹੁੰਦਾ ਨਾ ਐਵੇਂ। ਦੇਖਿਆ ਸਾਰਿਆਂ ਨੇ ਕੈਰਮ ਬੋਰਡ ਖੇਡੇ, Yes, sir. ਤਾਂ ਉਸ ਕੋਲਿਜਨ ਨੂੰ ਅਸੀਂ ਬੱਚੇ ਕੀ ਬੋਲਦੇ ਆ, ਓਬਲੀਕ ਕੋਲਿਜਨ, ਠੀਕ ਹੈ ਜੀ। ਹੁਣ ਜਿਹੜੀਆਂ ਇਹ ਦੋ ਕੋਲਿਜਨਸ ਨੇ, ਪਹਿਲਾਂ ਅਸੀਂ ਹੈਡ ਔਨ ਕੋਲਿਜਨ ਦੀ ਗੱਲ ਕਰਾਂਗੇ। ਹੈਡ ਔਨ ਕੋਲਿਜਨ ਦੇ ਵਿੱਚ ਵੀ ਬੱਚੇ ਅੱਗੇ ਪਾਰਟਸ ਆ ਜਾਂਦੇ ਨੇ, ਜਿਵੇਂ ਹੈਡ ਔਨ ਕੋਲਿਜਨ ਦੀ ਅਸੀਂ ਗੱਲ ਕਰੀਏ, ਹੈਡ ਔਨ ਕੋਲਿਜਨਸ ਨੂੰ ਵੀ ਅਸੀਂ ਪਾਰਟਸ ਦੇ ਵਿੱਚ ਡਿਵਾਈਡ ਕੀਤਾ ਹੋਇਆ ਹੈ। ਇੱਕ ਤਾਂ ਬੱਚੇ ਹੁੰਦੇ ਆ ਪਰਫੈਕਟਲੀ ਇਲਾਸਟਿਕ ਕੋਲਿਜਨ, perfectly elastic collision, ਇੱਕ ਬੱਚੇ ਹੁੰਦੀ ਹੈ elastic collision, elastic collision, ਇੱਕ ਹੁੰਦੀ ਹੈ ਬੱਚੇ inelastic collision, inelastic collision, ਇੱਕ ਹੁੰਦੀ ਹੈ ਬੱਚੇ perfectly inelastic collision, inelastic collision। ਇਸ ਤਰੀਕੇ ਦੇ ਨਾਲ ਅਸੀਂ ਹੈਡ ਔਨ ਕੋਲਿਜਨ ਨੂੰ ਚਾਰ ਪਾਰਟਸ ਦੇ ਵਿੱਚ ਡਿਵਾਈਡ ਕਰਦੇ ਹਾਂ। ਦੇਖੋ ਜੇ ਪਰਫੈਕਟਲੀ ਇਲਾਸਟਿਕ ਕੋਲਿਜਨ ਇੱਕ ਆਈਡੀਅਲ ਕੇਸ ਹੈ, ਮਤਲਬ ਇਹ ਨੇਚਰ ਦੇ ਵਿੱਚ ਐਗਜ਼ਿਸਟ ਨਹੀਂ ਕਰਦਾ, ਬਸ ਅਸੀਂ ਥਿਊਰੀ ਦੇ ਵਿੱਚ ਇਹਨੂੰ ਲੈ ਕੇ ਚੱਲਦੇ ਹਾਂ, ਆਈਡੀਅਲ ਕੇਸ ਹੈ। ਪਰਫੈਕਟਲੀ ਇਲਾਸਟਿਕ ਕੋਲਿਜਨ ਅਸੀਂ ਉਦੋਂ ਬੋਲਾਂਗੇ ਜਦੋਂ ਬੱਚੇ ਦੋ ਬਾਡੀਜ਼ ਆਪਸ ਦੇ ਵਿੱਚ ਹੈਡ ਔਨ ਕੋਲਿਜਨ ਚੱਲਦੀ, ਧਿਆਨ ਰੱਖੋ, ਠੀਕ ਹੈ, ਜਦੋਂ ਦੋ ਬਾਡੀਜ਼ ਆਪਸ ਚ ਕੋਲਾਈਡ ਕਰਨ, ਮਤਲਬ ਹੈਡ ਔਨ ਹੈਡ ਕੋਲਿਜਨ ਕਰਨ, ਤੇ ਉਹਨਾਂ ਦੀ ਕਾਈਨੈਟਿਕ એનર્ਜੀ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਚੇਂਜ ਨਾ ਹੋਵੇ, ਮਤਲਬ ਉਹਨਾਂ ਦੀ ਚੇਂਜ ਇਨ ਕਾਈਨੈਟਿਕ એનર્ਜੀ ਕਿੰਨੀ ਹੈ, 0 ਰਹੇ। that means ਅਸੀਂ ਇਹ ਵੀ ਕਹਿ ਸਕਦੇ ਹਾਂ ਉਹਨਾਂ ਦੀ ਕਾਈਨੈਟਿਕ એનર્ਜੀ ਕੀ ਰਹੇ, ਕੰਜ਼ਰਵ। ਤਾਂ ਬੱਚੇ ਕਦੇ ਵੀ ਇਹ ਚੀਜ਼ ਨਹੀਂ ਹੋ ਸਕਦੀ ਕਿ ਉਹਨਾਂ ਦੀ ਕਾਈਨੈਟਿਕ એનર્ਜੀ 'ਚ ਕੋਈ ਚੇਂਜ ਹੋਵੇ ਹੀ ਨਾ,
थोड़ा बहुत एनर्जी का काइनेटिक एनर्जी का लॉस होए। देखो एक्चुअल च हुंदा की है, थोड़ा जिहा इस चीज नूं समझो। मान लो जिवें आ एक बॉल है, एक दूसरी बॉल है, ये जो दो बॉल्स आपस दे विच टकराउणगीਆਂ, ठीक है, मतलब इन्हां कोले की मोशन है, मतलब इन्हां कोले काइनेटिक एनर्जी है, मतलब काइनेटिक एनर्जी दे नाल ये आपस टकराए, टकरा के उस तो बाद देखो बच्चे थोड़ा जिहा ना डीफॉर्म होणगीਆਂ बॉडीज। मतलब जिवें आ बॉल दी ओरिजिनल शेप है, ਜਦੋਂ ਇਹ टकराउणगीਆਂ एक दूसरे ते फोर्स लाउणगीਆਂ, जिहਦੇ ਨਾਲ ਇਹ डीफॉर्म होणगीਆਂ। मतलब ਜਦੋਂ ਇਹ बॉडी डीफॉर्म होगी ਤਾਂ ਇਹਦੀ कन्फिगरेशन चेंज होगी, मतलब बॉल की कन्फिगरेशन चेंज होगी। जो बॉल की कन्फिगरेशन चेंज होगी बच्चे, दैट मीनस ਉਹਦੇ ਵਿੱਚ एनर्जी स्टोर होगी इन द फॉर्म ऑफ पोटेंशियल एनर्जी। ਤਾਂ ਇੱਥੋਂ ਬॉडीज ਆਈਆਂ ਜਿਨ੍ਹਾਂ ਕੋਲ ਕਾइनेटिक एनर्जी ਸੀ, ਉਹ काइनेटिक एनर्जी ਕਾਹ ਚ स्टोर होगी, पोटेंशियल एनर्जी ਚ। ਜਦੋਂ ਇਹ बॉल दूर ਜਾਣਗੀਆਂ, दैट मीनस ਉਹਨਾਂ ਦੀ पोटेंशियल एनर्जी ਦੁਬਾਰਾ ਫਿਰ ਕਾਹ ਚ ਕਨਵਰਟ ਹੋ ਜੂਗੀ, काइनेटिक एनर्जी ਚ। अगर ਤਾਂ जिन्नी काइनेटिक एनर्जी सी पोटेंशियल एनर्जी च कन्वर्ट होगी, पोटेंशियल एनर्जी तो दोबारा फिर उन्नी ही काइनेटिक एनर्जी दोबारा उन्होंने बॉल्स को मिल गई, दैट मीनस वो वाली कोलिजन परफेक्टली इलास्टिक कोलिजन है। मान लो 10 जाउल दे नाल की है जी बॉल्स आपस जाके स्ट्राइक हुई, ठीक है, दोबारा फिर 10 जाउल दे नाल की हो गया, एक दूसरे तो अलग हो गया। दिस टाइप ऑफ कोलिजन इज नॉन एज परफेक्टली इलास्टिक कोलिजन, जेड़ा की है रियल लाइफ दे विच ये चीज कदे भी नहीं हो सकती। इज इट क्लियर टू ऑल? समझ लगे बॉडी डीफॉर्म किवें हुंदी है? Yes, sir. ठीक है जी। उस तो बाद बचे इलास्टिक कोलिजन। इलास्टिक कोलिजन भी की है कि ये एक वो कोलिजन है, ठीक है, ਜਾਂ ਇਹ ਇੱਕ ਉਹ ਇਵੈਂਟ ਹੈ ਜਿਹਦੇ ਵਿੱਚ ਜਿਹੜਾ ਚੇਂਜ ਇਨ ਕਾइनेटिक एनर्जी है वो अप्रोक्सीमेटली 0 रहता है, मतलब थोड़ा बहुत एनर्जी का लॉस हो गया, ठीक है, मतलब काइनेटिक एनर्जी है जी वो अप्रोक्सीमेटली की है कंजर्व रहती है। मतलब जिवें 10 जाउल की एनर्जी सी, कोलिजन तो बाद सपोज 9.8 जाउल रहेगी, तो 0.2 की कोई औकात नहीं हैगी, ਇਹੋ ਜਿਹੀ कोलिजन ਨੂੰ ਅਸੀਂ ਕੀ ਬੋਲਾਂਗੇ, इलास्टिक कोलिजन। अच्छा, इन इलास्टिक कोलिजन बच्चे ਤੁਹਾਨੂੰ देख के पता लग गया होगा, इन इलास्टिक मतलब एक वो इवेंट ਜਿਹਦੇ ਵਿੱਚ ਜਦੋਂ ਬॉडीज दो ਜਾਂ दो ਤੋਂ ਜ਼ਿਆਦਾ ਬॉडीज आपस ਦੇ ਵਿੱਚ ਕੀ ਹੈ ਸਟ੍ਰਾਈਕ ਕਰਦੀਆਂ ਨੇ, ਆਪਸ ਵਿੱਚ ਕੋਲਾਈਡ ਕਰਦੀਆਂ ਨੇ, ਤੇ ਉਹਨਾਂ ਦੀ ਜਿਹੜੀ ਕਾइनेटिक एनर्जी मतलब चेंज इन काइनेटिक एनर्जी नॉट इक्वल टू 0, ਇਹਦਾ मतलब ਕੀ ਹੈ ਕੁछ ना कुछ ਉਹਨਾਂ ਦੀ काइनेटिक एनर्जी लॉस होएगी। ਇਹਦਾ मतलब ਕੀ है some kinetic energy is lost। ਤਾਂ बच्चे आ kinetic energy तो ਤੁਹਾਨੂੰ पता लग गया करोगे भी केडी कोलिजन है स्टेटमेंट पढ़ के। अच्छा, परफेक्टली इनइलास्टिक बच्चे वही आइडियल केस है भी, ठीक है, ये तो एग्जिस्ट करता है। ਇਹਦੇ ਵਿੱਚ ਕੀ ਹੈ, ਇਹਦੇ ਵਿੱਚ ਵੀ काइनेटिक एनर्जी ਦਾ ਜਿਹੜਾ ਚੇਂਜ ਹੈ ਉਹ ਇਕੁਅਲ ਟੂ 0 ਨਹੀਂ ਹੁੰਦਾ, मतलब कुछ ना कुछ चेंज होगा, कुछ ना कुछ ही सारे चेंज हो जाएगा। मतलब जो होल काइनेटिक एनर्जी है ਜਿਹੜੀ whole kinetic energy is lost। कोई भी स्टूडेंट मैनू परफेक्टली इन इलास्टिक कोलिजन की एग्जांपल दे सकता है जिहदे विच कदे उन्हें देखा होवे कि अगर किसी बॉडी कोले पहला वेलोसिटी सी, बाद दे विच कोलिजन तो बाद उहदे कोले वेलोसिटी नहीं रही, ਇਹੋ ਜਿਹੀ कोलिजन ਨੂੰ ਅਸੀਂ ਕੀ ਬੋਲਾਂਗੇ, परफेक्टली इलास्टिक बोलांगे ना, क्योंकि ਉਹਦੀ सारी काइनेटिक एनर्जी लॉस होने का मतलब की है, तो मास तो है ही है, मतलब की वेलोसिटी 0 होगी। हाफ mv स्क्वायर ਹੁੰਦਾ ਜਦੋਂ वेलोसिटी 0 है तो मतलब की काइनेटिक एनर्जी 0। कोई ਤੁਹਾਡੇ ਦਿਮਾਗ ਦੇ ਵਿੱਚ एग्जांपल है जी हो सकती है कोई ਇਹੋ ਜਿਹੀ कोलिजन ਦੀ? बहुत सिंपल है, मतलब ਤੁਸੀਂ स्कूल लाइफ ਦੇ ਵਿੱਚ ਵੀ मतलब कितना कितने कोई ना कोई ਇਹੋ ਜਿਹਾ इंसिडेंट ਕੀਤਾ ਹੋਊਗਾ परफेक्टली इनइलास्टिक कोलिजन ਦਾ। ਸਾਡੇ ਤਾਂ ਯਾਦ ਹੈ ਸਾਡੇ ਸਕੂਲ 'ਚ ਤਾਂ ਇੱਕ ਇਹੋ ਜਿਹਾ ਕੰਮ ਹੋਇਆ ਸੀਗਾ ਤੇ ਸਾਰੇ ਬੱਚਿਆਂ ਦੇ ਕੀ ਹੈ मतलब ਉਹਨੂੰ ਬਹੁਤ ਡਾਂਟ ਪਈ ਸੀ। अच्छा, चिंगम किने खाधी है? चिंगम
हेलो, आवाज आ रही है बच्चे? Yes, sir. रिस्पॉन्स दिया करो फिर नाल दे नाल। चिंगम किने किने खाधी है? Yes, sir. सारे ने खाधी है। Yes, sir. ਜਦੋਂ ਅਸੀਂ ਚਿੰਗਮ ਨੂੰ ਖਾ ਲਾਂਦੇ ਆ ਹਨਾ, ਖਾਣ ਤੋਂ ਬਾਅਦ ਅਗਰ ਤੁਸੀਂ ਚਿੰਗਮ ਨੂੰ ਠੀਕ ਹੈ ਕੁਝ ਵੈਲੋਸਿਟੀ ਦੇ ਕੇ ਜਿਹੜੀ ਵਾਲ ਹੈ ਵਾਲ ਦੇ ਨਾਲ ਹਿੱਟ ਕਰਾ ਦੋ, ਕੀ ਚਿੰਗਮ ਵਾਪਸ ਆਉਂਦੀ ਹੈ? ਆਨਸਰ ਹੈ ਨੋ। No, sir. ਇਹਦਾ ਮਤਲਬ ਕਿਹੜੀ ਕੋਲੀਜਨ ਹੋਈ ਉਹ ਪਰਫੈਕਟਲੀ ਇਨ ਇਲਾਸਟਿਕ ਕੋਲੀਜਨ ਹੋ ਗਈ। ਦੇਖੋ ਉਹ ਜਾ ਕੇ ਵਾਲ ਦੇ ਨਾਲ ਸਟਿਕ ਹੋ ਜਾਂਦੀ ਹੈ, ਮਤਲਬ ਕੋਲੀਜਨ ਹੋਣ ਤੋਂ ਬਾਅਦ ਜਦੋਂ ਚਿੰਗਮ ਦੀ ਵਾਲ ਨਾਲ ਕੋਲੀਜਨ ਹੋਊਗੀ ਤਾਂ ਉਹ ਵਾਲ ਦੇ ਨਾਲ ਹੀ ਸਟਿਕ ਹੋਗੀ। ਦੈਟ ਮੀਨਸ ਉਹਦੀ ਵੈਲੋਸਿਟੀ ਕਿੰਨੀ ਹੋਗੀ? 0। ਇਸ ਤਰ੍ਹਾਂ ਦੀ ਕੋਲੀਜਨ ਨੂੰ ਅਸੀਂ ਕੀ ਬੋਲਦੇ ਹਾਂ? ਪਰਫੈਕਟਲੀ ਇਨ ਇਲਾਸਟਿਕ ਕੋਲੀਜਨ। ਸਮਝ ਲੱਗੀ ਗੱਲ? Yes, sir. ਠੀਕ ਹੈ ਜੀ, ਓਕੇ। ਇਸ ਤੋਂ ਬਾਅਦ ਹੋਰ ਵੀ ਇੱਕ ਐਗਜ਼ਾਮਪਲ ਹੁੰਦੀ ਹੈ, ਜਿਵੇਂ ਪਿੰਡਾਂ ਦੇ ਵਿੱਚ ਜਿਹੜਾ ਆਪਾਂ ਮਤਲਬ ਯਾਨੀ ਕਹਿੰਦੇ ਆ ਵੀ ਜਿਹੜਾ ਆਪਣੇ ਜਾਨਵਰ ਹੁੰਦੇ ਨੇ ਉਹਦਾ ਜਿਹੜਾ ਉਹ ਹੁੰਦਾ ਹੈ ਵੇਸਟ ਮਟੀਰੀਅਲ ਹਨਾ ਕਹਿ ਸਕਦੇ ਹੋ, ਉਹਨਾਂ ਦੀ ਤੁਹਾਨੂੰ ਪਤਾ ਪਾਥੀਆਂ ਬਣਦੀਆਂ ਨੇ ਹਨਾ ਪਿੰਡਾਂ ਦੇ ਵਿੱਚ। ਉਹ ਪਾਥੀਆਂ ਨੂੰ ਵੀ ਜੇ ਤੁਸੀਂ ਮਤਲਬ ਜਾਨੀ ਕੀ ਹੈ ਉਸ ਵੇਸਟ ਮਟੀਰੀਅਲ ਨੂੰ ਤੁਸੀਂ ਚੱਕ ਕੇ ਇਸ ਵਾਲ ਦੇ ਨਾਲ ਹਿੱਟ ਕਰੋ ਤਾਂ ਵਾਲ ਦੇ ਨਾਲ ਹੀ ਸਟਿਕ ਹੋ ਜਾਂਦੇ ਨੇ, ਠੀਕ ਹੈ, ਵਾਪਸ ਨਹੀਂ ਹੁੰਦੇ। ਤਾਂ ਇਹੋ ਜਿਹੇ ਕੋਲੀਜਨ ਨੂੰ ਅਸੀਂ ਕੀ ਫਿਰ ਬੋਲਦੇ ਆ? ਇਹ ਹੈਗੇ ਨੇ ਇਨ ਇਲਾਸਟਿਕ ਕੋਲੀਜਨ। ਮਤਲਬ ਬੱਚੇ ਧਿਆਨ ਰੱਖਣਾ, ਇਨ ਇਲਾਸਟਿਕ ਦਾ ਮਤਲਬ ਕਿ ਜਦੋਂ ਕਿਸੇ ਬਾਡੀ ਦੀ ਕਾਈਨੈਟਿਕ એનર્ਜੀ ਕੰਪਲੀਟਲੀ ਲੌਸਟ ਹੋ ਜਾਏ। ਮੈਂ ਤੁਹਾਨੂੰ ਕੁਝ ਐਗਜ਼ਾਮਪਲ ਹੋਰ ਦਿੰਦਾ, ਜਿਵੇਂ ਮੰਨ ਲਓ ਸਾਡੇ ਕੋਲ ਇੱਕ ਸਰਫੇਸ ਆ, ਇੱਕ ਸਰਫੇਸ ਠੀਕ ਹੈ ਜੀ। ਅੱਛਾ ਇੱਥੇ ਇੱਕ ਸਾਡੇ ਕੋਲ ਇੱਕ ਬਾਲ ਹੈ, ਆ ਇੱਕ ਬਾਲ ਹੈ ਠੀਕ ਹੈ ਜੀ। ਇਹ ਬਾਲ ਨੂੰ ਤੁਸੀਂ ਕੀ ਹੈ ਹਿੱਟ ਕਰਵਾਇਆ ਗਰਾਊਂਡ ਤੇ, ਠੀਕ ਹੈ ਜੀ। ਕਿੰਨੀ ਹਾਈਟ ਤੋਂ ਹਿੱਟ ਕਰਾਇਆ? h ਹਾਈਟ। ਤਾਂ ਆਪਾਂ ਨੂੰ ਪਤਾ ਨਾ ਬੱਚੇ ਇਹਦੇ ਕੋਲ ਪੋਟੈਂਸ਼ੀਅਲ એનર્ਜੀ ਹੋਊਗੀ, ਕਿੰਨੀ ਹੋਊਗੀ? mgh। ਤਾਂ ਜਦੋਂ ਤੁਸੀਂ ਇਹਨੂੰ ਹਿੱਟ ਕਰਾਓਗੇ ਇਸ ਤਰੀਕੇ ਦੇ ਨਾਲ ਤੇ ਨੀਚੇ ਆਊਗੀ, ਨੀਚੇ ਆ ਕੇ ਜਿਹੜੀ ਬਾਲ ਹੈ ਇੱਥੇ ਗਰਾਊਂਡ ਨਾਲ ਜਾ ਕੇ ਸਟ੍ਰਾਈਕ ਕਰੂਗੀ। ਦੇਖੋ ਜੋ ਗਰਾਊਂਡ ਨਾਲ ਜਾ ਕੇ ਸਟ੍ਰਾਈਕ ਕਰੂਗੀ ਤਾਂ ਇਹ ਕੀ ਹੋਗੀ? ਇਸ ਜਗ੍ਹਾ ਤੇ ਕੋਲੀਜਨ ਹੋਗੀ, ਬਾਲ ਦੀ ਤੇ ਬਾਲ ਦੀ ਆਪਸ ਚ ਕੀ ਹੋਗੀ? ਕੋਲੀਜਨ ਹੋਗੀ। ਫਿਰ ਜਿਹੜੀ ਇਹ ਬਾਲ ਹੈ ਬੱਚੇ, ਇਹ ਬਾਲ ਉੱਪਰ ਵੱਲ ਜਾਊਗੀ। ਅਗਰ ਤਾਂ ਇਹ ਬਾਲ ਸੇਮ ਹਾਈਟ ਤੇ ਪਹੁੰਚ ਗਈ, that means ਇਹਦਾ ਮਤਲਬ ਇਹ ਹੋ ਜਾਊਗਾ ਕਿ ਜਿੰਨੀ એનર્ਜੀ ਇਸ ਬਾਲ ਕੋਲੇ ਸੀ ਉਨੀ ਹੀ એનર્ਜੀ ਨੇ ਰੀਗੇਨ ਕਰਨੀ। ਦੇਖੋ ਇਹਦੇ ਕੋਲੇ ਸੀ ਪੋਟੈਂਸ਼ੀਅਲ એનર્ਜੀ, ਜਦੋਂ ਉਹ ਕਿਸੇ v ਵੈਲੋਸਿਟੀ ਨਾਲ ਆਉਣ ਲੱਗੀ ਤਾਂ ਉਹ ਕਾਹ 'ਚ ਕਨਵਰਟ ਹੋ ਗਈ? ਕਾਈਨੈਟਿਕ એનર્ਜੀ। ਕਾਈਨੈਟਿਕ એનર્ਜੀ ਡਾਊਨਵਰਡ ਮੋਸ਼ਨ 'ਚ ਕੀ ਇਨਕਰੀਜ਼ ਹੋਏਗੀ ਦੁਬਾਰਾ ਫਿਰ ਜਦੋਂ ਟਕਰਾਊਗੀ, ਟਕਰਾਉਣ ਤੋਂ ਬਾਅਦ ਇੱਥੇ ਕਾਈਨੈਟਿਕ એનર્ਜੀ ਡਿਕਰੀਜ਼ ਹੋਈ ਜਾਊਗੀ, ਬਟ ਕੀ ਵਧੀ ਜਾਊਗੀ? ਪੋਟੈਂਸ਼ੀਅਲ એનર્ਜੀ। ਦੁਬਾਰਾ ਫਿਰ ਇੱਥੇ ਕੀ ਆ ਗਈ? mgh। ਤਾਂ ਇੱਥੇ ਜਿੰਨੀ ਕਾਈਨੈਟਿਕ એનર્ਜੀ ਦੇਖੋ ਇਸ ਕੇਸ ਦੇ ਵਿੱਚ ਇਨਕਰੀਜ਼ ਹੋਈ ਸੀ ਉਨੀ ਹੀ ਕਾਈਨੈਟਿਕ એનર્ਜੀ ਇਸ ਕੇਸ ਦੇ ਵਿੱਚ ਫਿਰ ਡਿਕਰੀਜ਼ ਹੋ ਗਈ। ਓਵਰਆਲ ਕਾਈਨੈਟਿਕ એનર્ਜੀ ਕੀ ਹੈ? ਕਾਂਸਟੈਂਟ। ਤਾਂ ਇਹ ਉਹ ਵੀ ਪੋਸੀਬਲ ਹੈ ਬੱਚੇ ਜਦੋਂ ਇਹ ਬਾਲ v ਵੈਲੋਸਿਟੀ ਨਾਲ ਆ ਕੇ v ਵੈਲੋਸਿਟੀ ਨਾਲ ਹੀ ਉੱਪਰ ਜਾਵੇ, ਸੇਮ ਵੈਲੋਸਿਟੀ। ਤਾਂ ਇਹੋ ਜਿਹੀ ਕੋਲੀਜਨ ਨੂੰ ਅਸੀਂ ਕੀ ਬੋਲਾਂਗੇ? ਇਹੋ ਜਿਹੀ ਕੋਲੀਜਨ ਨੂੰ ਅਸੀਂ ਬੋਲਾਂਗੇ ਪਰਫੈਕਟਲੀ ਇਲਾਸਟਿਕ ਕੋਲੀਜਨ। सेकंड केस देखो, अगर मान लो आप बॉल है ठीक है, किसी h हाइट तो उसी स्ट्राइक कराती डाउन, ठीक है, वही h हाइट। ये बॉल की है स्ट्राइक करने तो बाद सपोज करो ये सिर्फ h तक गई है, ये डिस्टेंस हैगा मान लो h1, बट जो h डिस्टेंस है बच्चे वो इज वेरी मतलब एक ऐसे अप्रोक्सीमेटली इक्वल टू h1 है। ਇਹਦੇ ਕੋਲੇ એનર્ਜੀ ਕਿੰਨੀ ਸੀਗੀ? ਪੋਟੈਂਸ਼ੀਅਲ એનર્ਜੀ mgh। ਇਹਦੇ ਕੋਲੇ ਉੱਥੇ ਪੋਟੈਂਸ਼ੀਅਲ એનર્ਜੀ ਕਿੰਨੀ ਹੋਗੀ? that is mgh1। मतलब बहुत स्मॉल अमाउंट ਅਸੀਂ ਕਹਿ ਸਕਦੇ ਹਾਂ ਕਾਈਨੈਟਿਕ એનર્ਜੀ ਦੀ ਲਾਸ ਹੋਈ ਹੋਊਗੀ। ਇਸੇ ਕਰਕੇ ਹੁਣ ਪੋਟੈਂਸ਼ੀਅਲ એનર્ਜੀ ਇਹਦੇ ਵਿੱਚ ਘੱਟ ਸਟੋਰ ਹੋਈ ਹੈ, ਕਿਉਂਕਿ ਜਦੋਂ ਨੀਚੇ ਆਈ ਹੈ ਉਹਦੀ ਪੋਟੈਂਸ਼ੀਅਲ એનર્ਜੀ ਕਾਹ 'ਚ ਕਨਵਰਟ ਹੋਈ ਹੈ? ਕਾਈਨੈਟਿਕ એનર્ਜੀ 'ਚ। ਜਦੋਂ ਇਹ ਉੱਪਰ ਜਾਊਗੀ ਫਿਰ ਇਹ ਕਾਹਦੇ ਵਿੱਚ ਕਨਵਰਟ ਹੋਗੀ? ਦੁਬਾਰਾ ਫਿਰ ਇਨ ਦਾ ਫਾਰਮ ਆਫ ਪੋਟੈਂਸ਼ੀਅਲ એનર્ਜੀ। ਤਾਂ ਕੋਈ ਨਾ ਕੋਈ ਵੈਲੋਸਿਟੀ v1 ਹੋਊਗੀ, बट बहुत माइनर चेंज, बहुत स्मॉल चेंज, ठीक है। ਤਾਂ ਇਹੋ ਜਿਹੇ ਕੇਸ ਦੇ ਵਿੱਚ ਬੱਚੇ ਫਿਰ ਕੀ ਹੁੰਦਾ ਹੈ ਜਦੋਂ ਬਹੁਤ ਮਾਈਨਰ ਚੇਂਜ ਹੋਵੇ
ਤੇ ਇਸ ਨੂੰ ਅਸੀਂ ਫਿਰ ਕੀ ਬੋਲਦੇ ਹਾਂ ਇਲਾਸਟਿਕ ਕੋਲਿਜ਼ਨ। ਜੇ ਮੰਨ ਲਓ ਤੁਹਾਡੇ ਕੋਲ ਕੋਈ ਬਾਲ ਹੈ, ਉਹਨੂੰ ਤੁਸੀਂ ਕਿਸੇ h ਹਾਈਟ ਤੋਂ ਕੀ ਹੈ ਫਾਲ ਕਰਾ ਰਹੇ ਹੋ, ਠੀਕ ਹੈ, ਇਸ ਤਰੀਕੇ ਦੇ ਨਾਲ, ਠੀਕ ਹੈ, ਉਹ ਕਿਸੇ v ਵੈਲੋਸਿਟੀ ਨਾਲ ਆ ਰਿਹਾ, ਠੀਕ ਹੈ, ਇਹਦੇ ਕੋਲ ਪੋਟੈਂਸ਼ੀਅਲ એનર્ਜੀ ਕਿੰਨੀ ਹੈ mgh, ਤੇ ਕਾਚ ਕਨਵਰਟ ਹੋ ਜਾਣੀਆਂ ਨੇ ਕਾਈਨੈਟਿਕ એનર્ਜੀ ਦੇ ਵਿੱਚ, ਤੇ ਬਾਲ ਦੁਬਾਰਾ ਸਟ੍ਰਾਈਕ ਕਰਨ ਤੋਂ ਬਾਅਦ ਸਪੋਜ਼ ਇੱਥੇ ਤੱਕ ਪਹੁੰਚਦੀ ਹੈ, मतलब सिर्फ हाइट कितने ते पहुंचती है h/2, मतलब हाफ हाइट ते ਉਹਦੇ ਨਾਲ, ਇਹਦਾ ਮਤਲਬ ਬੱਚੇ ਕੀ ਹੋਗੀ, ਸਮ ਕਾਈਨੈਟਿਕ એનર્ਜੀ ਕੀ ਹੋਗੀ, ਆਪਾਂ ਕਹਾਂਗੇ ਲਾਸ, ਤਾਂ ਹੀ ਉਹ ਉੱਪਰ ਤੱਕ ਨਹੀਂ ਪਹੁੰਚੀ ਨਾ। ਜਿੱਦਾਂ ਕਾਈਨੈਟਿਕ એનર્ਜੀ ਲਾਸ ਨਾ ਹੋਈ ਹੁੰਦੀ ਫਿਰ ਤਾਂ ਉਹਨੇ ਕਾਈਨੈਟਿਕ એનર્ਜੀ ਨੇ ਉਸੇ ਹਾਈਟ ਤੇ ਜਾ ਕੇ ਜ਼ੀਰੋ ਹੋਣਾ ਸੀਗਾ, ਸਾਰੀ ਦੁਬਾਰਾ ਫਿਰ ਕਾਚ ਸਟੋਰ ਹੋ ਜਾਂਦੀ ਇਨ ਦਾ ਫਾਰਮ ਆਫ ਪੋਟੈਂਸ਼ੀਅਲ એનર્ਜੀ, ਬਟ ਇਹ ਨਹੀਂ ਪਹੁੰਚੀ। ਇਹਦਾ ਮਤਲਬ ਜਦੋਂ ਇਹ ਵਾਲੀ ਬਾਲ ਇਸ ਬਾਲ ਦੇ ਨਾਲ ਜਾ ਕੇ ਸਟ੍ਰਾਈਕ ਹੋਈ ਹੈ ਤਾਂ ਇਸ ਬਾਲ ਨੇ ਆਪਣੀ એનર્ਜੀ, ਕੁਝ એનર્ਜੀ ਕਿਹਨੂੰ ਦਿੱਤੀ, ਇਸ ਵਾਲ ਨੂੰ ਦਿੱਤੀ, ਜਾਂ ਇਸ ਸਰਫੇਸ ਨੂੰ ਦਿੱਤੀ, ਇਸ ਗਰਾਊਂਡ ਨੂੰ ਦਿੱਤੀ, ਤਾਂ ਬੱਚੇ ਇਹਨੂੰ ਅਸੀਂ ਕੀ ਬੋਲਾਂਗੇ, ਦਿਸ ਇਜ਼ ਕਾਲਡ ਇਨਇਲਾਸਟਿਕ ਕੋਲਿਜ਼ਨ। अच्छा, अगर ਅਸੀਂ ਕਹੀਏ ਵੀ ਆ ਇੱਕ ਬਾਲ ਹੈ, ਇਹ ਬਾਲ ਕਿਸੇ h ਹਾਈਟ ਤੋਂ ਆਈ ਹੈ, h ਹਾਈਟ ਤੋਂ ਆ ਕੇ ਇਸ ਗਰਾਊਂਡ ਦੇ ਨਾਲ, ਇਸ ਸਰਫੇਸ ਦੇ ਨਾਲ, ਇਸ ਬਾਲ ਦੇ ਨਾਲ ਆ ਕੇ ਇੱਥੇ ਸਟਿਕ ਹੋ ਜਾਂਦੀ ਹੈ, मतलब वापस जाती नहीं, that means this called is perfectly inelastic collision। देखो बच्चे बहुत ने एग्जांपल्स क्लियर हो गया काम, Yes, sir. इलास्टिक की होता है, इनइलास्टिक की होता है, सिंपल है ना काम, ठीक है जी, ओके। Yes. चलो हम थोड़े जे ਇਹਦੇ कैरेक्टरिस्टिक्स देख लेने ਆਪਾਂ, विशेषतावां मतलब characteristics of elastic collision। चलो परफेक्टली इलास्टिक वास्ते देख लेना, ਆਪਾਂ आइडियल केस ही लेके चलते हैं, ठीक है। परफेक्टली इलास्टिक कोलिजन ਦੇ कैरेक्टरिस्टिक्स ਕੀ ਨੇ, ਸਭ ਤੋਂ ਪਹਿਲਾ कैरेक्टरिस्टिक ਹੈ ਬੱਚੇ ਕਿ ਜਿਹੜੀ ਇਹਨਾਂ ਦੇ ਵਿੱਚ ਜਿਹੜੀ ਕਾਈਨੈਟਿਕ એનર્ਜੀ ਹੈ, काइनेटिक एनर्जी इनिशियल is equal to kinetic energy final। मतलब परफेक्टली इलास्टिक कोलिजन ਦੇ ਵਿੱਚ इनिशियल ਤੇ फाइनल काइनेटिक एनर्जी सेम ਹੁੰਦੀ ਹੈ। ਜੇ ਆਪਾਂ ਨੂੰ ਇਹ ਪੁੱਛਿਆ ਜਾਵੇ ਕਿ अगर मैं एक मतलब लाइन लिख रहा हूं, ਤੁਸੀਂ ਮੈਨੂੰ ਪੜ੍ਹ ਕੇ ਦੱਸਣਾ ਵੀ ਇਹ ਸਹੀ ਹੈ ਜਾਂ ਗਲਤ ਹੈ। इन perfectly elastic collision kinetic energy remains conserved in during collision। during collision ये सही रहूगा। in perfectly elastic collision kinetic energy remains conserved during collision। ਜਦੋਂ collision ਹੋ ਰਹੀ ਸੀ कि ਉਦੋਂ ਵੀ ਜਿਹੜੀ kinetic energy ਹੈ conserve ਰਹਿੰਦੀ ਹੈ। आंसर है नो। इस चीज का ध्यान रखना बच्चे, क्योंकि देखो ਜਦੋਂ ਇੱਕ ਬਾਲ दूसरी बॉल ਦੇ ਨਾਲ ਜਾ ਕੇ ਸਟ੍ਰਾਈਕ ਕਰੂਗੀ, ਜਦੋਂ ਕੋਲਿਜਨ ਕਰੂਗੀ, ਮੈਂ ਤੁਹਾਨੂੰ ਕੀ ਦੱਸਿਆ ਸੀ ਕਿ ਜਿਹੜੀ ਇਹ ਫਰਸਟ ਬਾਲ ਹੈ ਇਹ ਸੈਕੰਡ ਬਾਲ ਤੇ ਫੋਰਸ ਲਗਾਊਗੀ, ਸੈਕੰਡ ਬਾਲ ਫਰਸਟ ਬਾਲ ਤੇ ਫੋਰਸ ਲਗਾਊਗੀ। ਜਦੋਂ ਫੋਰਸਸ ਲਗਾਉਣਗੀਆਂ ਦੈਟ ਮੀਨਸ ਜੋ ਵਰਕ ਕਰਨਗੀਆਂ ਤਾਂ ਇੱਥੋਂ ਕਾਈਨੈਟਿਕ એનર્ਜੀ ਘਟ ਕੇ ਕਾਚ ਕਨਵਰਟ ਹੋ ਜਾਂਦੀ ਹੈ ਇਨ ਦਾ ਫਾਰਮ ਆਫ ਪੋਟੈਂਸ਼ੀਅਲ એનર્ਜੀ। ਜਿਵੇਂ ਤੁਹਾਨੂੰ ਮੈਂ ਆਹ ਐਗਜ਼ਾਮਪਲ ਕਰਾਈ ਹੈ, ਦੇਖੋ ਮੈਂ ਤੁਹਾਨੂੰ ਕੀ ਕਿਹਾ ਕਿ ਇੱਥੇ ਇਹਦੇ ਕੋਲੇ ਕੀ ਹੈ mgh ਪੋਟੈਂਸ਼ੀਅਲ એનર્ਜੀ ਸੀ, ਆ ਦੇਖੋ ਇੱਥੇ ਕੀ ਹੈ ਕਾਈਨੈਟਿਕ એનર્ਜੀ ਇੰਕਰੀਜ਼ ਹੋਏਗੀ 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 ਹੋਏਗੀ, ਤੇ ਇੱਥੇ ਇਸ ਪੁਆਇੰਟ ਤੇ ਕੀ ਹੈ ਜਿਹੜੀ ਬਾਲ ਹੈ ਇਸ ਬਾਲ ਨੇ ਸਰਫੇਸ ਨੂੰ ਕੁਝ ਨਾ ਕੁਝ ਕਾਈਨੈਟਿਕ એનર્ਜੀ ਦਿੱਤੀ ਹੈ, मतलब ਆਪਣੀ એનર્ਜੀ ਦਿੱਤੀ ਹੈ ਜਿਹੜੀ ਸਟੋਰ ਹੋਈ ਹੋਊਗੀ ਇਨ ਦਾ ਫਾਰਮ ਆਫ ਪੋਟੈਂਸ਼ੀਅਲ એનર્ਜੀ। मतलब ਇੱਕ ਟਾਈਮ ਇਹੋ ਜਿਹਾ ਹੁੰਦਾ ਹੈ ਜਦੋਂ ਘਟਦੀ ਹੈ, ਠੀਕ ਹੈ, ਫਿਰ ਉਹ ਪੋਟੈਂਸ਼ੀਅਲ એનર્ਜੀ ਦੁਬਾਰਾ ਫੇਰ ਕਾਚ ਕਨਵਰਟ ਹੁੰਦੀ ਹੈ ਕਾਈਨੈਟਿਕ એનર્ਜੀ ਦੇ ਵਿੱਚ। ਜੇ ਤਾਂ ਉਹ ਜਿੰਨੀ ਪੋਟੈਂਸ਼ੀਅਲ એનર્ਜੀ ਚ ਕਨਵਰਟ ਹੋਈ ਸੀ ਉਨੀ ਦੁਬਾਰਾ ਕਾਈਨੈਟਿਕ એનર્ਜੀ ਚ ਕਨਵਰਟ ਹੋ ਗਈ ਫਿਰ ਤਾਂ ਪਰਫੈਕਟਲੀ ਇਲਾਸਟਿਕ ਹੈ।
ਅਦਰਵਾਈਜ਼ ਉਹ ਪਰਫੈਕਟਲੀ ਇਲਾਸਟਿਕ ਨਹੀਂ ਹੈ। ਤਾਂ ਇੱਕ ਚੀਜ਼ ਹਮੇਸ਼ਾ ਯਾਦ ਰੱਖਿਓ ਕਿ ਇਨੀਸ਼ੀਅਲ ਤੇ ਫਾਈਨਲ ਮਤਲਬ ਦੇਖੋ ਜੋ ਸਟਾਰਟਿੰਗ ਦੇ ਵਿੱਚ ਕਾਇਨੇਟਿਕ એનર્ਜੀ ਤੇ ਫਾਈਨਲੀ ਕਾਇਨੇਟਿਕ એનર્ਜੀ ਜਿਹੜੀ ਉਹ ਕਾਂਸਟੈਂਟ ਰਹਿੰਦੀ ਹੈ, ਪੂਰੀ ਦੀ ਪੂਰੀ ਕੋਲੀਜਨ ਦੇ ਪ੍ਰੋਸੈਸ ਦੇ ਵਿੱਚ ਜਿਹੜੀ ਕਾਇਨੇਟਿਕ એનર્ਜੀ ਕਾਂਸਟੈਂਟ ਨਹੀਂ ਰਹਿੰਦੀ ਹੈ। ਠੀਕ ਹੈ, ਮਤਲਬ ਇੱਕ ਪੁਆਇੰਟ ਇਹੋ ਜਿਹਾ ਕੋਲੀਜਨ ਵਾਲਾ ਇਹੋ ਜਿਹਾ ਪੁਆਇੰਟ ਹੋਊਗਾ ਜਦੋਂ ਕਾਇਨੇਟਿਕ એનર્ਜੀ ਮਿਨੀਮਮ ਹੋਊਗੀ। ਮਤਲਬ ਤੁਸੀਂ ਇਹਦਾ ਗ੍ਰਾਫ ਵੀ ਬਣਾ ਸਕਦੇ ਹੋ ਕਾਇਨੇਟਿਕ એનર્ਜੀ ਵਿਦ ਰਿਸਪੈਕਟ ਟੂ ਟਾਈਮ। ਮਤਲਬ ਮੰਨ ਲਓ ਆਪਾਂ ਕਹਿੰਦੇ ਵੀ ਪਰਫੈਕਟਲੀ ਇਲਾਸਟਿਕ ਕੋਲੀਜਨ ਹੈ ਤਾਂ ਉਹਦਾ ਗ੍ਰਾਫ ਵਿੱਚ ਕੁਛ ਇਦਾਂ ਦਾ ਬਣਦਾ। ਮਤਲਬ ਦੇਖੋ ਇਸ ਇਨੀਸ਼ੀਅਲ ਦੀ ਵੀ ਕਾਇਨੇਟਿਕ એનર્ਜੀ ਇੰਨੀ ਹੈ, ਫਾਈਨਲ ਦੀ ਵੀ ਇੰਨੀ ਹੈ, ਬਟ ਇੱਕ ਪੁਆਇੰਟ ਇਹੋ ਜਿਹਾ ਹੋਊਗਾ ਜਦੋਂ ਕਾਇਨੇਟਿਕ એનર્ਜੀ ਕੀ ਹੋਊਗੀ ਮਿਨੀਮਮ। ਤੇ ਇਹ ਪੁਆਇੰਟ ਕਿਹੜਾ ਹੋਊਗਾ ਜਦੋਂ ਉਹ ਕਿਸੇ ਬਾਡੀ ਦੇ ਨਾਲ ਕਿਸੇ ਸਰਫੇਸ ਦੇ ਨਾਲ ਕੋਲੀਜਨ ਕਰਦੀ ਹੋਊਗੀ, ਕਿਉਂਕਿ ਉਦੋਂ ਉਹਦੀ ਕਾਇਨੇਟਿਕ એનર્ਜੀ ਕਾਜ ਕਨਵਰਟ ਹੋ ਰਹੀ ਹੋਊਗੀ ਪੋਟੈਂਸ਼ੀਅਲ એનર્ਜੀ ਚ। ਕਿਉਂ ਕਨਵਰਟ ਹੋਊਗੀ? ਕਿਉਂਕਿ ਬਾਡੀ ਡਿਫਾਰਮ ਹੋਊਗੀ। ਬਾਡੀ ਡਿਫਾਰਮ ਹੋਊਗੀ that means ਬਾਡੀ ਦੀ ਕਨਫਿਗਰੇਸ਼ਨ ਚੇਂਜ ਹੋਊਗੀ। ਤੇ ਅਸੀਂ ਕਨਫਿਗਰੇਸ਼ਨ ਜਦੋਂ ਚੇਂਜ ਹੁੰਦੀ ਹੈ ਪੜ੍ਹ ਕੇ ਆਏ ਆ ਤਾਂ ਉਦੋਂ એનર્ਜੀ ਸਟੋਰ ਹੁੰਦੀ ਹੈ ਇਨ ਦਾ ਫਾਰਮ ਆਫ ਪੋਟੈਂਸ਼ੀਅਲ એનર્ਜੀ। ਸਪਰਿੰਗ ਦੇ ਵਿੱਚ ਪੜ੍ਹ ਕੇ ਆਏ ਨਾ, ਜਦੋਂ ਉਹਨੂੰ ਕੀ ਹੈ ਸਟ੍ਰੈਚ ਕਰਦੇ ਹੋ ਜਾਂ ਕੰਪਰੈਸ ਕਰਦੇ ਹੋ, ਉਹਦੀ ਕਨਫਿਗਰੇਸ਼ਨ ਚੇਂਜ ਕਰਦੇ ਹੋ, that means ਉਹਦੇ ਵਿੱਚ ਕੀ ਸਟੋਰ ਹੁੰਦੀ ਹੈ ਪੋਟੈਂਸ਼ੀਅਲ એનર્ਜੀ। ਠੀਕ ਹੈ, ਤੁਸੀਂ ਕਈ ਇਹੋ ਜਿਹੇ ਬਾਲਸ ਦੇਖੇ ਹੋਣਗੇ ਜਦੋਂ ਬਾਲਸ ਨੂੰ ਤੁਸੀਂ ਪ੍ਰੈਸ ਕਰਦੇ ਹੋ ਤਾਂ ਡਿਫਾਰਮ ਹੋ ਜਾਂਦੇ ਨੇ, ਬਾਅਦ ਦੇ ਵਿੱਚ ਆਪਣੇ ਆਪ ਕੀ ਆਪਣੀ ਓਰੀਜਨਲ ਫਾਰਮ ਚ ਆ ਜਾਂਦੇ ਨੇ। ਕਿਉਂ? ਕਿਉਂਕਿ ਤੁਸੀਂ ਉਹਦੇ ਵਰਕ ਕੀਤਾ, ਤੁਸੀਂ ਉਹਦੇ ਵਿੱਚ એનર્ਜੀ ਸਟੋਰ ਕੀਤੀ। ਕਿਹੜੀ એનર્ਜੀ ਸਟੋਰ ਹੋਊਗੀ? ਪੋਟੈਂਸ਼ੀਅਲ। ਉਹ ਪੋਟੈਂਸ਼ੀਅਲ ਵਿੱਚ ਦੁਬਾਰਾ ਫਿਰ ਉਹਨੂੰ ਆਪਣੀ ਹੀ ਪੋਜੀਸ਼ਨ ਦੇ ਵਿੱਚ ਲੈ ਕੇ ਆਉਂਦੀ। ਠੀਕ ਹੈ ਜੀ। ਅੱਛਾ, ਦੂਸਰਾ ਸੈਕਿੰਡ ਕੀ ਹੈ? ਇਨ ਪਰਫੈਕਟਲੀ ਇਲਾਸਟਿਕ ਕੋਲੀਜਨ, ਇਨ ਪਰਫੈਕਟਲੀ ਇਲਾਸਟਿਕ ਕੋਲੀਜਨ momentum is conserved throughout the collision। ਇਹ ਸਹੀ ਹੈ। ਮੋਮੈਂਟਮ ਤਾਂ ਬੱਚੇ ਕੰਜ਼ਰਵ ਰਹੂਗਾ ਕਿਉਂਕਿ ਅਸੀਂ ਬਾਹਰੋਂ ਕੋਈ ਫੋਰਸ ਨਹੀਂ ਲਗਾ ਰਹੇ। ਮਤਲਬ ਜਿੰਨਾ ਬਾਡੀ ਦਾ ਇਨੀਸ਼ੀਅਲ ਮੋਮੈਂਟਮ ਹੋਊਗਾ ਉਨਾ ਹੀ ਫਾਈਨਲ ਮੋਮੈਂਟਮ ਹੋਊਗਾ। ਤੇ ਰਾਸਤੇ ਦੇ ਵਿੱਚ ਹਰ ਇੱਕ ਪੁਆਇੰਟ ਤੇ ਤੁਸੀਂ ਜਿੱਥੇ ਮਰਜ਼ੀ ਤੁਸੀਂ ਚੈੱਕ ਕਰ ਲਓ ਮੋਮੈਂਟਮ ਹੈ ਕਾਂਸਟੈਂਟ ਹੀ ਹੋਊਗਾ, ਕਿਉਂਕਿ ਤੁਸੀਂ ਇੱਕ ਸੈਕਿੰਡ ਲੋ ਪੜਿਆ ਫੋਰਸ ਇਜ਼ ਇਕੁਅਲ ਟੂ ਕਿੰਨਾ ਸੀ ਰੇਟ ਆਫ ਚੇਂਜ ਆਫ ਮੋਮੈਂਟਮ। ਹੁਣ ਅਸੀਂ ਬਾਹਰੋਂ ਤਾਂ ਕੋਈ ਫੋਰਸ ਨਹੀਂ ਲਗਾਈ, ਮਤਲਬ ਬੱਚੇ ਫੋਰਸ ਤਾਂ ਹੈਗੀ ਹੈ ਜ਼ੀਰੋ। ਅਗਰ ਫੋਰਸ ਜ਼ੀਰੋ ਹੈ ਮਤਲਬ ਡੈਰੀਵੇਟਿਵ ਕੀ ਆ ਗਿਆ? ਜ਼ੀਰੋ। ਅੱਛਾ, ਕਿਸ ਕੁਆਂਟੀਟੀ ਦਾ ਡੈਰੀਵੇਟਿਵ ਜ਼ੀਰੋ ਹੁੰਦਾ ਸੀਗਾ ਦੱਸ ਸਕਦੇ ਹੋ? ਉਹ ਕਿਹੜੀਆਂ ਕੁਆਂਟੀਟੀਜ਼ ਨੇ ਜਿਨ੍ਹਾਂ ਦਾ ਡੈਰੀਵੇਟਿਵ ਜ਼ੀਰੋ ਹੁੰਦਾ ਹੈ? Sir, constant value. Constant, very good, that means ਅਸੀਂ ਕਹਿ ਸਕਦੇ ਹਾਂ momentum is a constant। ਤਾਂ momentum ਦਾ ਬੱਚੇ ਪੂਰੇ ਪ੍ਰੋਸੈਸ ਦੇ ਵਿੱਚ constant ਹੋਊਗਾ, ਇਹ ਗੱਲ ਦਾ ਧਿਆਨ ਰੱਖਣਾ। ਠੀਕ ਹੈ, ਮਤਲਬ ਇਹ ਚੀਜ਼ਾਂ ਨੂੰ ਤੁਸੀਂ ਦੇਖ ਕੇ ਹੀ ਕਹਿ ਸਕਦੇ ਹੋ ਕਿ ਪਰਫੈਕਟਲੀ ਇਲਾਸਟਿਕ ਕੋਲੀਜਨ ਹੈ। ਮੋਮੈਂਟਮ ਦਾ ਇਨਇਲਾਸਟਿਕ ਚ ਵੀ ਕੀ ਹੈ ਕੰਜ਼ਰਵ ਰਹਿੰਦਾ, ਕਿਉਂਕਿ ਉਹਦੇ ਵਿੱਚ ਵੀ ਅਸੀਂ ਬਾਹਰੋਂ ਫੋਰਸ ਲਾਉਂਦੇ। ਮੇਨ ਜਿਹੜਾ ਪੁਆਇੰਟ ਹੈ ਉਹ ਕਾਇਨੇਟਿਕ એનર્ਜੀ ਦਾ। ਜਿੱਥੇ ਕਾਇਨੇਟਿਕ એનર્ਜੀ ਲਾਸ ਹੋਗੀ, ਠੀਕ ਹੈ, ਉਹ ਇਨਇਲਾਸਟਿਕ। ਜਿੱਥੇ ਲਾਸ ਨਹੀਂ ਹੁੰਦੀ ਉਹ ਕੀ ਹੈ? ਇਲਾਸਟਿਕ। ਠੀਕ ਹੈ, ਤੇ ਉਹਦੇ ਵਿੱਚ ਫਿਰ ਕੇਸ ਬਣਾ ਦਿਓ ਪਰਫੈਕਟਲੀ ਵਾਲੇ, ਪਰਫੈਕਟਲੀ ਇਲਾਸਟਿਕ, ਪਰਫੈਕਟਲੀ ਇਨਇਲਾਸਟਿਕ, ਇਲਾਸਟਿਕ ਤੇ ਇਨਇਲਾਸਟਿਕ। थर्ड की है बच्चे, एक थर्ड पॉइंट और भी है, जेड़ा आप कह सकते भी हाँ फोर्सेस शुड बी कंजरवेटिव होने चाहिए ने। फोर्सेस शुड बी कंजरवेटिव। हुण ये मैनूं लगदा नहीं भी तुहानूं एक्सप्लेन करने की लोड़ है, क्योंकि देखो तुहानूं मैं कहा सी भी कंजरवेटिव फोर्सेस वो फोर्सेस होंदे जिन्हां दे विच एनर्जी कंजर्व रहिंदी है। ते परफेक्टली इलास्टिक पढ़ रहे हैं ना, परफेक्टली इलास्टिक विच एनर्जी के कंजर्व रहनी जरूरी है। तो वो कंजर्व सिर्फ और सिर्फ उदों ही रहणगे जदों फोर्सेस की होंगी कंजर्व। ठीक है, आ तीन इहदे मेन की है करैक्टरिस्टिक्स ने जिहड़े तुहाडे ध्यान च होने चाहिए। ठीक है जी, दोबारा लिंक सेंड करना, आगे चलते हैं।